हाँ जी, ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਾਂਗੇ ਜਿਹੜੀ ਸਕਿਨ ਦੀ ਬਿਮਾਰੀ ਚੱਲੀ ਹੈ। ਦਸੰਬਰ ਦਾ ਮਹੀਨਾ ਹੈ ਅਤੇ ਇਹਦੇ ਵਿੱਚ ਨਾ ਲੋਕ ਬਹੁਤ ਆਉਂਦੇ ਨੇ ਕਿ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ, ਦਾਣੇ ਨਿਕਲਦੇ, ਫਿੰਸੀਆਂ ਨਿਕਲਦੀਆਂ ਨੇ, ਖਾਰਸ਼ ਹੁੰਦੀ ਖੁਸ਼ਕ। ਅਤੇ ਇਹਦੇ ਲਈ ਕੀ ਸਾਨੂੰ ਕਰਨਾ ਚਾਹੀਦਾ? ਇਹ ਤਾਂ ਸਭ ਤੋਂ ਪਹਿਲੇ ਤਾਂ ਤੁਹਾਨੂੰ ਮੈਂ ਇਹ ਗੱਲ ਦੱਸ ਦੇਵਾਂ ਕਿ ਇਹ ਜਿਹੜੀ ਪ੍ਰੋਬਲਮ ਹੁੰਦੀ ਹੈ ਇਸ ਕਰਕੇ ਹੁੰਦੀ ਹੈ ਕਿ ਜਦੋਂ ਅਸੀਂ ਗਰਮੀਆਂ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਖਾਂਦੇ ਹਾਂ, ਰੂਟੀਨ ਵਾਈਜ਼ ਅੰਬ ਵੀ ਸਾਰਾ ਕੁਝ ਖਾਂਦੇ ਹਾਂ, ਅਤੇ ਹੁੰਦਾ ਕੀ ਹੈ ਕਿ ਅਸੀਂ ਪਸੀਨਾ ਨਹੀਂ ਕੱਢਦੇ। ਜਦੋਂ ਅਸੀਂ ਪਸੀਨਾ ਨਹੀਂ ਕੱਢਦੇ ਉਦੋਂ ਹੁੰਦਾ ਕੀ ਹੈ ਕਿ ਉਹ ਸਾਡੇ ਬਗਲਾਂ ਦੇ ਵਿੱਚ ਨਾ ਇੱਕ ਗਲੈਂਡ ਲੱਗੇ ਹੁੰਦੇ ਨੇ, ਉਹਨਾਂ ਦਾ ਕੰਮ ਹੁੰਦਾ ਕਿ ਸਫਾਈ ਕਰਨਾ। ਅਤੇ ਰੱਬ ਨੇ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਕਿ ਜਿਹੜਾ ਅਸੀਂ ਚੀਜ਼ਾਂ ਖਾਂਦੇ ਹਾਂ ਉਹਦੇ ਫੁਜ਼ਲਾ ਜਿਹੜੇ ਨੇ ਉਹ ਬਾਹਰ ਨਿਕਲਦੇ ਨੇ, ਉਹ ਅਸੀਂ ਪਸੀਨਾ ਨਹੀਂ ਲੈਂਦੇ। ਪਸੀਨਾ ਕਿਵੇਂ ਨਹੀਂ ਲੈਂਦੇ? ਅਕਸਰ ਅਸੀਂ ਏਸੀ ਦਾ ਇਸਤੇਮਾਲ ਕਰਦੇ ਹਾਂ, ਮੈਂ ਆਪ ਏਸੀ ਦਾ ਇਸਤੇਮਾਲ ਕਰਦਾ, ਗਰਮੀਆਂ 'ਚ ਏਸੀ 'ਚ ਬੈਠੀ ਹੋਈ ਦਾ। ਲੇਕਿਨ ਉਹ ਇਹ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ? ਸਾਨੂੰ ਵਾਕ ਕਰਨੀ ਚਾਹੀਦੀ ਹੈ, ਸਾਨੂੰ ਟੁਰਨਾ ਫਿਰਨਾ ਚਾਹੀਦਾ। ਜਿੰਨਾ ਅਸੀਂ ਆਪਣੇ ਜਿਸਮ ਦੇ ਵਿੱਚੋਂ ਪਸੀਨਾ ਕੱਢਾਂਗੇ ਉਹਨਾਂ ਸਾਨੂੰ ਫਾਇਦਾ ਹੋਏਗਾ। ਯਾਨੀ ਖਾ ਪੀ ਲਿਆ, ਉੱਥੇ ਏਸੀ 'ਚ ਬੈਠੇ ਹਾਂ, ਏਸੀ 'ਚ ਸੋ ਗਏ ਹਾਂ, ਉੱਥੇ ਹੀ ਦਫ਼ਤਰ 'ਚ ਵੀ ਏਸੀ, ਘਰ 'ਚ ਵੀ ਏਸੀ, ਗੱਡੀ 'ਚ ਵੀ ਏਸੀ, ਇੱਦਾਂ ਫਿਰ ਪਸੀਨਾ ਹੀ ਨਹੀਂ ਆਉਂਦਾ। ਜਦੋਂ ਪਸੀਨਾ ਨਹੀਂ ਆਉਂਦਾ ਫਿਰ ਕੀ ਹੁੰਦਾ ਕਿ ਜਿਹੜਾ ਅਸੀਂ ਖਾਧਾ ਪੀਤਾ ਹੈ ਉਹ ਬੱਚਿਆਂ ਨੂੰ ਖਾਸ ਕਰਕੇ, ਕਿਉਂਕਿ ਬੱਚੇ ਜ਼ਿਆਦਾ ਗੰਦ ਤੇਲ ਖਾਂਦੇ ਨੇ, ਉਹਨਾਂ ਨੂੰ ਜ਼ਿਆਦਾ ਸਕਿਨ ਦੀ ਪ੍ਰੋਬਲਮ ਹੁੰਦੀ ਹੈ। ਅਤੇ ਤੁਸੀਂ ਇੱਦਾਂ ਕਰਿਆ ਕਰੋ ਕਿ ਤੁਸੀਂ ਹੁਣ ਐਤਕੀ ਜਦੋਂ ਗਰਮੀਆਂ ਆਉਣੀਆਂ ਨੇ ਤੁਸੀਂ ਨਾਲ ਪਸੀਨਾ ਬਹੁਤ ਲੈ ਕੇ ਆਉਣਾ। ਜੇ ਬਹੁਤਾ ਨਹੀਂ ਤਾਂ ਫਿਰ ਤੁਸੀਂ ਜਦੋਂ ਰੋਟੀ ਸ਼ੋਟੀ ਖਾ ਲਓ, ਕਮ ਸੇ ਕਮ ਜਦੋਂ ਰੋਟੀ ਖਾਓ ਜਾਂ ਰੋਟੀ ਤੋਂ 2 ਘੰਟਾ ਏਸੀ ਜਿਹੜਾ ਤੁਸੀਂ ਔਫ ਕਰ ਲਿਆ ਕਰੋ, ਕਿਉਂਕਿ ਏਸੀ ਦੇ ਵਿੱਚ ਬੰਦੇ ਨੂੰ ਪਸੀਨਾ ਬਿਲਕੁਲ ਨਹੀਂ ਆਉਂਦਾ। ਦੂਜਾ, ਇਸ ਤੋਂ ਬਾਅਦ ਜਿਹੜੀ ਪ੍ਰੋਬਲਮ ਹੋਏਗੀ ਆਉਣ ਵਾਲੇ ਵਕਤ 'ਚ, ਯਾਨੀ ਕਿ ਜਦੋਂ ਮਾਰਚ ਦਾ ਮਹੀਨਾ ਆਏਗਾ, ਫਰਵਰੀ ਮਾਰਚ ਦਾ, ਉਦੋਂ ਕੀ ਹੋਏਗਾ ਕਿ ਜਿਹੜੀ ਚੀਜ਼ਾਂ ਹੁਣ ਅਸੀਂ ਖਾ ਰਹੇ ਹਾਂ, ਆ ਜਿਹੜੇ ਸਰਦੀਆਂ ਦੇ ਵਿੱਚ ਡਰਾਈ ਫਰੂਟਸ ਹੋ ਗਏ, ਮੀਟ ਹੋ ਗਿਆ, ਯਾਨੀ ਜਿਹਨੂੰ ਤੁਸੀਂ ਗੋਸ਼ਤ ਕਹਿੰਦੇ ਹੋ, ਅਤੇ ਹੋਰ ਜਿਹੜੀ ਚੀਜ਼ਾਂ ਹੈਗੀਆਂ ਮੱਛੀ ਹੋ ਗਈ ਹੈ, ਇਹ ਚੀਜ਼ਾਂ ਖਾਣ ਨਾਲ ਕੀ ਹੁੰਦਾ ਸਾਡੇ ਜਿਸਮ ਦੇ ਅੰਦਰ ਉਹ ਹੀਟ ਜਿਹੜੀ ਚੀਜ਼ਾਂ ਨੇ ਉਹ ਸਟੋਰ ਹੋ ਰਹੀਆਂ ਨੇ, ਕਿਉਂਕਿ ਪਸੀਨਾ ਤਾਂ ਹੁਣ ਆ ਨਹੀਂ ਰਿਹਾ ਵਾ, ਹੁਣ ਚੀਜ਼ਾਂ ਸਟੋਰ ਹੋ ਰਹੀਆਂ ਨੇ। ਜਿਵੇਂ ਮਾਰਚ ਦਾ ਮਹੀਨਾ ਆਏਗਾ ਉਹ ਕੀ ਹੋਏਗਾ, ਜਿਵੇਂ ਟੈਂਪਰੇਚਰ ਬਾਹਰ ਦਾ ਵਧੇਗਾ, 28-30 ਤੇ ਪਹੁੰਚੇਗਾ, ਉਦੋਂ ਜਿਹੜੇ ਸਾਡੇ ਪੇਟ ਦੇ ਵਿੱਚ ਜਿਹੜੀ ਚੀਜ਼ਾਂ ਹੈਗੀਆਂ ਨੇ ਬੋਡੀ ਦੇ ਵਿੱਚ ਉਹ ਨਿਕਲਣਾ ਸ਼ੁਰੂ ਹੋਣੀਆਂ ਨੇ। ਉਹਦੇ ਨਾਲ ਲੋਕ ਕਹਿੰਦੇ ਨੇ ਸਾਡਾ ਪੇਟ ਖਰਾਬ ਹੋ ਗਿਆ, ਮੋਸ਼ਨ ਲੱਗ ਗਏ। ਉਹ ਵੀਰੋ, ਉਹ ਪੇਟ ਨਹੀਂ ਖਰਾਬ ਹੁੰਦਾ, ਇਹ ਤੁਹਾਡਾ ਜਿਹੜਾ ਇਮਿਊਨ ਸਿਸਟਮ ਹੈ ਨਾ, ਇਹ ਉਸ ਚੀਜ਼ ਨੂੰ ਬਾਹਰ ਕੱਢਣਾ ਚਾਹੁੰਦਾ ਜਿਹੜੀ ਚੀਜ਼ ਅੰਦਰ ਜਮ੍ਹਾਂ ਹੋਈ ਹੈ। ਇੱਕ ਦੂਸਰੇ ਨੰਬਰ 'ਤੇ ਇਹ ਵੀ ਹੁੰਦਾ, ਤੁਹਾਨੂੰ ਮੋਟੀ ਮਿਸਾਲ ਲਵਾਂ ਕਿ ਜਿੱਦਾਂ ਹੁਣ ਗਰਮੀ ਦੇ ਦਿਨ ਹੋਣਗੇ, ਜਿੱਥੇ ਜਿੱਥੇ ਬਰਫ਼ ਜਮੀ ਹੈ ਪਹਾੜਾਂ ਦੇ ਉੱਤੇ, ਉਹ ਗਰਮੀ ਦੇ ਵਿੱਚ ਜਿਹੜਾ ਹੈਗਾ ਉਹ ਮੈਲਟ ਹੋ ਕੇ ਥੱਲੇ ਨੂੰ ਆਉਣਾ ਸ਼ੁਰੂ ਹੁੰਦੀ ਹੈ। ਜਿਹੜੇ ਦਰਿਆ ਸੁੱਕੇ ਪਏ ਨੇ ਉਹ ਦਰਿਆ ਭਰ ਜਾਂਦੇ ਨੇ। ਇਹਦੀ ਮਿਸਾਲ ਇੱਦਾਂ ਹੀ ਹੈ ਕਿ ਜਿਵੇਂ ਸਾਡਾ ਅੰਦਰ ਮਵਾਦ ਜਿਹੜਾ ਅਸੀਂ ਲੈ ਰਹੇ ਹਾਂ ਉਹ ਇਸ ਟਾਈਮ ਸਟੋਰ ਹੋ ਰਿਹਾ, ਕਿਉਂਕਿ ਪਸੀਨਾ ਨਹੀਂ ਹੈਗਾ, ਉਹ ਪਸੀਨੇ ਦੇ ਜ਼ਰੀਏ ਫਿਰ ਉਹ ਨਹੀਂ ਨਿਕਲਦਾ। ਇੰਨਾ ਜ਼ਿਆਦਾ ਪਸੀਨੇ ਦਾ ਮੌਸਮ ਹੀ ਨਹੀਂ ਹੁੰਦਾ ਉਦੋਂ, ਫਿਰ ਉਹ ਇੱਥੋਂ ਯਾਨੀ ਅੰਤੜੀਆਂ ਦੇ ਵਿੱਚ ਜਿਹੜਾ ਮਵਾਦ ਹੈ ਕੁਦਰਤੀ ਸਾਡਾ ਜਿਹੜਾ ਇਮਿਊਨ ਸਿਸਟਮ ਹੈ ਉਸ ਨੂੰ ਕੱਢਣਾ ਚਾਹੀਦਾ। ਆਪਣਾ ਖਿਆਲ ਰੱਖਣਾ ਜੀ, ਰੱਬ ਰੱਖ।